ਹੈਲੋ ਦੋਸਤੋ, ਕੈਨੇਡਾ ਐਕਸਪ੍ਰੈਸ ਐਂਟਰੀ ਕੈਂਡੀਡੇਟਸ ਲਈ ਇੱਕ ਵੱਡੀ ਅਪਡੇਟ ਆ ਰਹੀ ਹੈ, ਖਾਸ ਕਰਕੇ ਉਹਨਾਂ ਲਈ ਜੋ ਹਾਈ ਵੇਜ ਪ੍ਰਾਇੋਰਟੀ ਆਕਿਊਪੇਸ਼ਨਸ ਵਿੱਚ ਕੰਮ ਕਰਦੇ ਹਨ। ਫੈਡਰਲ ਗਵਰਨਮੈਂਟ ਇਸ ਸਮੇਂ ਐਕਸਪ੍ਰੈਸ ਐਂਟਰੀ ਵਿੱਚ ਕੁਝ ਖਾਸ ਆਕਿਊਪੇਸ਼ਨਸ ਨੂੰ ਪ੍ਰਾਇੋਰਟੀ ਦੇ ਰਹੀ ਹੈ, ਜਿਸ ਨੂੰ ਕੈਟੇਗਰੀ ਬੇਸਡ ਸਿਲੈਕਸ਼ਨ ਕਿਹਾ ਜਾਂਦਾ ਹੈ। ਇਸ ਸਿਸਟਮ ਰਾਹੀਂ ਐਲੀਜੀਬਲ ਕੈਂਡੀਡੇਟਸ ਨੂੰ ਘੱਟ CRS ਸਕੋਰ ਤੇ VPPR ਇਨਵਾਈਟੇਸ਼ਨ ਮਿਲ ਸਕਦਾ ਹੈ। ਹੁਣ ਨਵੀਂ ਪ੍ਰਪੋਜ਼ਡ ਚੇਂਜ ਮੁਤਾਬਕ ਜਿਹੜੀਆਂ ਆਕਿਊਪੇਸ਼ਨਸ ਕੈਨੇਡਾ ਦੀ ਮੀਡੀਅਨ ਵੇਜ ਤੋਂ ਕਾਫੀ ਵੱਧ ਪੇ ਕਰਦੀਆਂ ਹਨ, ਉਹਨਾਂ ਨੂੰ ਐਕਸਪ੍ਰੈਸ ਐਂਟਰੀ ਵਿੱਚ ਐਕਸਟਰਾ CRS ਪੁਆਇੰਟਸ ਮਿਲ ਸਕਦੇ ਹਨ। ਇਸ ਵੇਲੇ ਕੈਟੇਗਰੀ ਬੇਸਡ ਸਿਲੈਕਸ਼ਨ ਵਿੱਚ ਕੁੱਲ 99 ਆਕਿਊਪੇਸ਼ਨਸ ਪ੍ਰਾਇੋਰਟੀ ਲਿਸਟ ਵਿੱਚ ਹਨ। ਇਹਨਾਂ ਵਿੱਚੋਂ ਲਗਭਗ 37 ਆਕਿਊਪੇਸ਼ਨਸ ਨੂੰ ਪ੍ਰਪੋਜ਼ਡ ਹਾਈ ਵੇਜ ਫੈਕਟਰ ਕਾਰਨ ਹੋਰ ਬੂਸਟ ਮਿਲ ਸਕਦਾ ਹੈ। ਸਭ ਤੋਂ ਵੱਡਾ ਫਾਇਦਾ ਉਹਨਾਂ ਜੌਬਸ ਨੂੰ ਹੋ ਸਕਦਾ ਹੈ ਜਿਨ੍ਹਾਂ ਦੀ ਵੇਜ ਕੈਨੇਡਾ ਦੀ ਮੀਡੀਅਨ ਵੇਜ ਤੋਂ 2 ਗੁਣਾ, 1.5 ਗੁਣਾ ਜਾਂ 1.3 ਗੁਣਾ ਵੱਧ ਹੈ। ਸਰਕਾਰ ਵੱਲੋਂ ਪ੍ਰਪੋਜ਼ਡ ਸਿਸਟਮ ਵਿੱਚ 3 ਲੈਵਲਸ ਹੋ ਸਕਦੇ ਹਨ। ਪਹਿਲਾ ਲੈਵਲ, ਜਿਹੜੀਆਂ ਜੌਬਸ ਕੈਨੇਡਾ ਦੀ ਮੀਡੀਅਨ ਵੇਜ ਤੋਂ 2 ਗੁਣਾ ਵੱਧ ਪੇ ਕਰਦੀਆਂ ਹਨ। ਦੂਜਾ ਲੈਵਲ, ਜਿਹੜੀਆਂ ਜੌਬਸ 1.5 ਗੁਣਾ ਵੱਧ ਪੇ ਕਰਦੀਆਂ ਹਨ। ਤੀਜਾ ਲੈਵਲ, ਜਿਹੜੀਆਂ ਜੌਬਸ 1.3 ਗੁਣਾ ਵੱਧ ਪੇ ਕਰਦੀਆਂ ਹਨ। ਹੁਣ ਗੱਲ ਕਰੀਏ ਉਹਨਾਂ ਆਕਿਊਪੇਸ਼ਨਸ ਦੀ ਜਿਨ੍ਹਾਂ ਨੂੰ ਸਭ ਤੋਂ ਵੱਧ ਬੈਨੀਫਿਟ ਹੋ ਸਕਦਾ ਹੈ। 2 ਗੁਣਾ ਮੀਡੀਅਨ ਵੇਜ ਵਾਲੀਆਂ ਜੌਬਸ ਵਿੱਚ ਫਿਜ਼ੀਸ਼ੀਅਨਸ, ਸਰਜਨਸ, ਨਰਸ ਪ੍ਰੈਕਟੀਸ਼ਨਰਸ, ਆਰਕੀਟੈਕਚਰ ਐਂਡ ਸਾਇੰਸ ਮੈਨੇਜਰਸ ਅਤੇ ਸੀਨੀਅਰ ਮੈਨੇਜਰਸ ਵਰਗੀਆਂ ਆਕਿਊਪੇਸ਼ਨਸ ਆਉਂਦੀਆਂ ਹਨ। ਇਨ੍ਹਾਂ ਜੌਬਸ ਵਿੱਚ ਮੀਡੀਅਨ ਆਵਰਲੀ ਵੇਜ ਕਾਫੀ ਹਾਈ ਹੈ। ਕੁਝ ਮੈਡੀਕਲ ਸਪੈਸ਼ਲਿਸਟ ਆਕਿਊਪੇਸ਼ਨਸ ਵਿੱਚ ਇਹ ਵੇਜ $100 ਤੋਂ ਵੀ ਉੱਪਰ ਹੈ। ਫਿਰ 1.5 ਗੁਣਾ ਮੀਡੀਅਨ ਵੇਜ ਵਾਲੀਆਂ ਜੌਬਸ ਵਿੱਚ ਸਿਵਲ ਇੰਜੀਨੀਅਰਸ, ਸਾਈਬਰ ਸਿਕਿਉਰਿਟੀ ਸਪੈਸ਼ਲਿਸਟ, ਡੈਂਟਿਸਟਸ, ਫਾਰਮਾਸਿਸਟਸ, ਵੈਟਰਨੇਰੀਅਨਸ, ਕੰਸਟਰਕਸ਼ਨ ਮੈਨੇਜਰਸ, ਇਲੈਕਟ੍ਰੀਕਲ ਇੰਜੀਨੀਅਰਸ ਅਤੇ ਯੂਨੀਵਰਸਿਟੀ ਪ੍ਰੋਫੈਸਰਸ ਵਰਗੀਆਂ ਆਕਿਊਪੇਸ਼ਨਸ ਸ਼ਾਮਲ ਹਨ। ਇਸ ਤੋਂ ਬਾਅਦ 1.3 ਗੁਣਾ ਮੀਡੀਅਨ ਵੇਜ ਵਾਲੀਆਂ ਜੌਬਸ ਵਿੱਚ ਰਜਿਸਟਰਡ ਨਰਸਿਸ, ਫਿਜ਼ੀਓਥੈਰੇਪਿਸਟਸ, ਡੈਂਟਲ ਹਾਈਜੀਨਿਸਟਸ, ਸੈਕੰਡਰੀ ਸਕੂਲ ਟੀਚਰਸ, ਮਕੈਨੀਕਲ ਇੰਜੀਨੀਅਰਸ, ਇੰਡਸਟਰੀਅਲ ਇਲੈਕਟ੍ਰੀਸ਼ੀਅਨਸ, ਮੈਡੀਕਲ ਸੋਨੋਗ੍ਰਾਫਰਸ ਅਤੇ ਆਕਿਊਪੇਸ਼ਨਲ ਥੈਰੇਪਿਸਟ ਵਰਗੀਆਂ ਆਕਿਊਪੇਸ਼ਨਸ ਆਉਂਦੀਆਂ ਹਨ। ਇਹ ਅਪਡੇਟ ਖਾਸ ਕਰਕੇ ਉਹਨਾਂ ਕੈਂਡੀਡੇਟਸ ਲਈ ਇੰਪੋਰਟੈਂਟ ਹੈ ਜੋ ਆਲਰੇਡੀ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਵਿੱਚ ਹਨ ਜਾਂ ਕੈਨੇਡਾ PR ਲਈ ਪਲਾਨ ਕਰ ਰਹੇ ਹਨ। ਇੱਕ ਇੰਪੋਰਟੈਂਟ ਗੱਲ ਸਮਝਣ ਵਾਲੀ ਹੈ, ਪ੍ਰਪੋਜ਼ਡ ਹਾਈ ਵੇਜ ਫੈਕਟਰ ਵਿੱਚ ਇੰਡੀਵਿਜੂਅਲ ਕੈਂਡੀਡੇਟ ਦੀ ਪਰਸਨਲ ਸੈਲਰੀ ਨਹੀਂ ਦੇਖੀ ਜਾਵੇਗੀ, ਯਾਨੀ ਤੁਹਾਡੀ ਆਪਣੀ ਕਰੰਟ ਸੈਲਰੀ ਜਾਂ ਫਿਊਚਰ ਜੌਬ ਆਫਰ ਸੈਲਰੀ ਮੇਨ ਫੈਕਟਰ ਨਹੀਂ ਹੋਵੇਗੀ। ਇਨਸਟੈਡ, ਗਵਰਨਮੈਂਟ ਜੌਬ ਬੈਂਕ ਦੇ ਮੀਡੀਅਨ ਵੇਜ ਡੇਟਾ ਨੂੰ ਦੇਖੇਗੀ ਕਿ ਤੁਹਾਡੀ ਆਕਿਊਪੇਸ਼ਨ ਕੈਨੇਡਾ ਵਿੱਚ ਐਵਰੇਜ ਕਿੰਨੀ ਪੇ ਕਰਦੀ ਹੈ। ਇਸ ਦਾ ਮਤਲਬ ਇਹ ਹੈ ਕਿ ਜੇ ਤੁਹਾਡੀ ਆਕਿਊਪੇਸ਼ਨ ਆਫੀਸ਼ੀਅਲ ਲਿਸਟ ਵਿੱਚ ਹਾਈ ਵੇਜ ਆਕਿਊਪੇਸ਼ਨ ਵਜੋਂ ਕੁਆਲੀਫਾਈ ਕਰਦੀ ਹੈ ਤਾਂ ਤੁਹਾਨੂੰ CRS ਵਿੱਚ ਐਕਸਟਰਾ ਬੈਨੀਫਿਟ ਮਿਲ ਸਕਦਾ ਹੈ। ਪਰ ਹਲੇ ਇਹ ਰੂਲ ਆਫੀਸ਼ੀਅਲੀ ਇੰਪਲੀਮੈਂਟ ਨਹੀਂ ਹੋਇਆ। ਗਵਰਨਮੈਂਟ ਨੇ ਹਲੇ ਐਗਜ਼ੈਕਟ ਡੇਟ ਅਨਾਉਂਸ ਨਹੀਂ ਕੀਤੀ ਕਿ ਹਾਈ ਵੇਜ ਫੈਕਟਰ ਕਦੋਂ ਲਾਗੂ ਹੋਵੇਗਾ। ਆਫੀਸ਼ੀਅਲਸ ਮੁਤਾਬਕ ਐਕਸਪ੍ਰੈਸ ਐਂਟਰੀ ਰਿਫਾਰਮਸ ਲਈ ਫੁੱਲ ਇੰਪਲੀਮੈਂਟੇਸ਼ਨ ਟਾਈਮਲਾਈਨ 12 ਤੋਂ 18 ਮੰਥਸ ਹੋ ਸਕਦੀ ਹੈ। ਪਰ ਹਾਈ ਵੇਜ ਫੈਕਟਰ ਅਤੇ CRS ਚੇਂਜਸ ਇਸ ਤੋਂ ਪਹਿਲਾਂ ਵੀ ਆ ਸਕਦੇ ਹਨ। ਐਕਸਪ੍ਰੈਸ ਐਂਟਰੀ ਵਿੱਚ ਕੈਟੇਗਰੀ ਬੇਸਡ ਸਿਲੈਕਸ਼ਨ ਪਹਿਲਾਂ ਹੀ ਬਹੁਤ ਇੰਪੋਰਟੈਂਟ ਬਣ ਚੁੱਕੀ ਹੈ। ਇਸ ਵੇਲੇ 9 ਆਕਿਊਪੇਸ਼ਨ ਬੇਸਡ ਕੈਟੇਗਰੀਜ਼ ਹਨ: ਹੈਲਥ ਕੇਅਰ ਐਂਡ ਸੋਸ਼ਲ ਸਰਵਿਸਿਜ਼, STEM, ਟ੍ਰੇਡ, ਐਜੂਕੇਸ਼ਨ, ਟਰਾਂਸਪੋਰਟ, ਫਿਜ਼ੀਸ਼ੀਅਨਸ ਵਿਦ ਕੈਨੇਡੀਅਨ ਵਰਕ ਐਕਸਪੀਰੀਅੰਸ, ਸੀਨੀਅਰ ਮੈਨੇਜਰਸ ਵਿਦ ਕੈਨੇਡੀਅਨ ਵਰਕ ਐਕਸਪੀਰੀਅੰਸ, ਰਿਸਰਚਰਸ ਵਿਦ ਕੈਨੇਡੀਅਨ ਵਰਕ ਐਕਸਪੀਰੀਅੰਸ ਅਤੇ ਸਕਿਲਡ ਮਿਲਟਰੀ ਰਿਕਰੂਟਸ। ਕੈਟੇਗਰੀ ਬੇਸਡ ਸਿਲੈਕਸ਼ਨ ਲਈ ਆਮ ਤੌਰ ਤੇ ਕੈਂਡੀਡੇਟ ਕੋਲ ਪਿਛਲੇ 3 ਸਾਲਾਂ ਵਿੱਚ ਘੱਟੋ-ਘੱਟ 12 ਮਹੀਨੇ ਦਾ ਵਰਕ ਐਕਸਪੀਰੀਅੰਸ ਹੋਣਾ ਚਾਹੀਦਾ ਹੈ, ਇੱਕ ਐਲੀਜੀਬਲ ਆਕਿਊਪੇਸ਼ਨ ਵਿੱਚ। ਇਹ ਐਕਸਪੀਰੀਅੰਸ ਕੈਨੇਡਾ ਜਾਂ ਆਊਟਸਾਈਡ ਕੈਨੇਡਾ ਦੋਵੇਂ ਥਾਵਾਂ ਤੋਂ ਹੋ ਸਕਦਾ ਹੈ ਅਤੇ ਕੰਟੀਨਿਊਅਸ ਹੋਣਾ ਜ਼ਰੂਰੀ ਨਹੀਂ। 2026 ਵਿੱਚ ਹੁਣ ਤੱਕ ਕਈ ਕੈਟੇਗਰੀ ਬੇਸਡ ਡਰਾਜ਼ ਹੋ ਚੁੱਕੇ ਹਨ, ਜਿੱਥੇ CRS ਕੱਟ-ਆਫ ਸਕੋਰਸ ਕੈਨੇਡੀਅਨ ਐਕਸਪੀਰੀਅੰਸ ਕਲਾਸ ਡਰਾਜ਼ ਨਾਲੋਂ ਕਾਫੀ ਘੱਟ ਰਹੇ ਹਨ। ਕੁਝ ਆਕਿਊਪੇਸ਼ਨਲ ਕੈਟੇਗਰੀ ਡਰਾਜ਼ ਵਿੱਚ ਕੱਟ-ਆਫ ਸਕੋਰ 169 ਤੋਂ 470 ਦੇ ਵਿਚਕਾਰ ਸੀ, ਜਦਕਿ
ਕੈਨੇਡੀਅਨ ਐਕਸਪੀਰੀਅੰਸ ਕਲਾਸ ਡਰਾਜ਼ ਵਿੱਚ ਸਕੋਰ 507 ਤੋਂ 518 ਦੇ ਵਿਚਕਾਰ ਸੀ। ਇਸ ਦਾ ਸਿੰਪਲ ਮੀਨਿੰਗ ਇਹ ਹੈ ਕਿ ਜੇ ਤੁਹਾਡੀ ਆਕਿਊਪੇਸ਼ਨ ਪ੍ਰਾਇਓਰਿਟੀ ਕੈਟੇਗਰੀ ਵਿੱਚ ਆਉਂਦੀ ਹੈ ਤਾਂ ਤੁਹਾਡੇ ਚਾਂਸਸ ਕਾਫੀ ਇੰਪਰੂਵ ਹੋ ਸਕਦੇ ਹਨ। ਅਤੇ ਜੇ ਹਾਈ ਵੇਜ ਫੈਕਟਰ ਆਫੀਸ਼ੀਅਲੀ ਇੰਪਲੀਮੈਂਟ ਹੋ ਜਾਂਦਾ ਹੈ ਤਾਂ ਫਿਜ਼ੀਸ਼ੀਅਨਸ, ਨਰਸਿਸ, ਇੰਜੀਨੀਅਰਸ, ਸਾਈਬਰ ਸਿਕਿਉਰਿਟੀ ਸਪੈਸ਼ਲਿਸਟ, ਫਾਰਮਾਸਿਸਟ, ਟੀਚਰਸ, ਮੈਨੇਜਰਸ ਅਤੇ ਹੋਰ ਹਾਈ ਵੇਜ ਆਕਿਊਪੇਸ਼ਨਸ ਵਾਲਿਆਂ ਨੂੰ ਐਕਸਪ੍ਰੈਸ ਐਂਟਰੀ ਵਿੱਚ ਹੋਰ ਸਟਰੋਂਗ ਐਡਵਾਂਟੇਜ ਮਿਲ ਸਕਦਾ ਹੈ। ਪਰ ਫਾਈਨਲ ਡਿਸੀਜਨ ਲਈ IRCC ਦੀ ਆਫੀਸ਼ੀਅਲ ਲਿਸਟ ਦਾ ਵੇਟ ਕਰਨਾ ਪਵੇਗਾ। IRCC ਨੇ ਕਿਹਾ ਹੈ ਕਿ ਜਦੋਂ ਇਹ ਚੇਂਜ ਇੰਪਲੀਮੈਂਟ ਹੋਵੇਗੀ ਤਾਂ ਹਾਈ ਵੇਜ ਫੈਕਟਰ ਲਈ ਐਲੀਜੀਬਲ ਆਕਿਊਪੇਸ਼ਨਸ ਦੀ ਆਫੀਸ਼ੀਅਲ ਕੰਪਲੀਟ ਲਿਸਟ IRCC ਵੈਬਸਾਈਟ ਤੇ ਪਬਲਿਸ਼ ਕੀਤੀ ਜਾਵੇਗੀ ਅਤੇ ਰੈਗੂਲਰ ਅਪਡੇਟ ਹੋਵੇਗੀ। ਸੋ ਜੇ ਤੁਸੀਂ ਐਕਸਪ੍ਰੈਸ ਐਂਟਰੀ ਕੈਂਡੀਡੇਟ ਹੋ ਤਾਂ ਆਪਣੀ NOC ਕੋਡ, ਆਕਿਊਪੇਸ਼ਨ ਕੈਟੇਗਰੀ, ਵਰਕ ਐਕਸਪੀਰੀਅੰਸ ਅਤੇ CRS ਸਕੋਰ ਹੁਣ ਤੋਂ ਹੀ ਰਿਵਿਊ ਕਰਨਾ ਸਟਾਰਟ ਕਰ ਦਿਓ, ਕਿਉਂਕਿ ਕੈਨੇਡਾ ਇਮੀਗ੍ਰੇਸ਼ਨ ਵਿੱਚ ਆਉਣ ਵਾਲੇ ਮੰਥਸ ਵਿੱਚ ਐਕਸਪ੍ਰੈਸ ਐਂਟਰੀ ਸਿਸਟਮ ਕਾਫੀ ਚੇਂਜ ਹੋ ਸਕਦਾ ਹੈ। ਐਂਡਿੰਗ CTA। ਜੇ ਤੁਹਾਡੀ ਆਕਿਊਪੇਸ਼ਨ ਇਸ ਲਿਸਟ ਵਿੱਚ ਆਉਂਦੀ ਹੈ ਤਾਂ ਕਮੈਂਟ ਵਿੱਚ ਆਪਣੀ NOC ਜਾਂ ਜੌਬ ਟਾਈਟਲ ਲਿਖੋ ਅਤੇ ਕੈਨੇਡਾ ਇਮੀਗ੍ਰੇਸ਼ਨ ਦੀਆਂ ਲੇਟੈਸਟ ਅਪਡੇਟਸ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ।